ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਬੋਡੀ ਪੈਰਾਗ੍ਰਾਫ 1 ਤੇ 2 ਦੇ ਵਿੱਚ ਕੀ ਲਿਖਣਾ। ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਲਿਖਦੇ ਹੁੰਦੇ ਹਾਂ ਇਨ ਕੇਸ ਐਗਰੀ ਔਰ ਡਿਸਐਗਰੀ ਕੁਐਸਚਨ ਆ। ਇਸ ਦੇ ਵਿੱਚ ਉਹ ਸਾਰੇ ਰੀਜ਼ਨ ਦੇਣੇ ਨੇ ਕਿ ਤੁਸੀਂ ਇਸ ਟੌਪਿਕ ਦੇ ਨਾਲ ਐਗਰੀ ਔਰ ਡਿਸਐਗਰੀ ਕਿਉਂ ਹੋ। ਉਸ ਤੋਂ ਬਾਅਦ ਬੋਡੀ ਪੈਰਾਗ੍ਰਾਫ 2 ਦੇ ਵਿੱਚ ਐਡੀਸ਼ਨਲ ਰੀਜ਼ਨ ਦੇਣੇ ਨੇ ਕਿ ਤੁਸੀਂ ਐਗਰੀ ਜਾਂ ਡਿਸਐਗਰੀ ਇਸ ਟੌਪਿਕ ਦੇ ਨਾਲ ਕਿਉਂ ਹੋ। ਕੁਝ ਕੇਸਿਸ ਦੇ ਵਿੱਚ ਆਪਾਂ ਇਸ ਦੇ ਆਪੋਜ਼ਿਟ ਚੋਇਸ ਵੀ ਦੇ ਦਿੰਦੇ ਹੁੰਦੇ ਹਾਂ ਕਿ ਆਪੋਜ਼ਿਟ ਜਾਂ ਜਿਹੜਾ ਸੈਕੰਡ ਵਿਊ ਆ ਉਹ ਸੂਟੇਬਲ ਕਿਉਂ ਨਹੀਂ ਹੈਗਾ। ਐਗਰੀ ਔਰ ਡਿਸਐਗਰੀ ਸਟੇਟਮੈਂਟ ਆ। Overall, the widespread use of internet has a mostly positive effect on life in today's world. Do you agree or disagree with the following statement? ਇੱਥੇ ਕਹਿ ਰਹੇ ਨੇ ਕਿ ਓਵਰਆਲ ਜਿਹੜੀ ਇੰਟਰਨੈਟ ਦਾ ਵਾਈਡ ਸਪਰੈਡ ਯੂਜ਼ ਆ ਉਹਦੇ ਮੋਸਟਲੀ ਪੋਜ਼ਿਟਿਵ ਇਫੈਕਟ ਹੀ ਨੇ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ। ਤੁਸੀਂ ਇਸ ਸਟੇਟਮੈਂਟ ਦੇ ਨਾਲ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ? Introduction. Everyone agrees that the advent of the internet affects mankind in many different ways. In my opinion, widespread access to the internet is immensely beneficial to both individuals and communities as a whole. I will explain my reasoning in the following essay. Next, body paragraph 1. To begin with, online education has become the most effective resource for the student from almost all parts of the world. Students are able to take lessons from the best professors sitting in the thousands of miles apart. The internet has changed the way this world communicate. Application-based chat system and voice over internet telephone system have made the communication faster, convenient, and cost-effective. E-commerce has revolutionized the markets around the world. There are numerous advantages of internet-based selling and buying application. It creates convenience, has created an absolute new market segment, increases business and revenue for small traders as well as for the large merchants. ਬੋਡੀ ਪੈਰਾਗ੍ਰਾਫ 1 ਦੇ ਵਿੱਚ ਮੈਂ ਬੇਸਿਕਲੀ ਆਪਣੇ ਐਗਰੀ ਹੋਣ ਦੇ ਹੀ ਪੁਆਇੰਟ ਦਿੱਤੇ ਨੇ ਕਿ ਕਿਵੇਂ ਇੰਟਰਨੈਟ ਬੈਨੀਫਿਸ਼ੀਅਲ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟਸ, ਆਨਲਾਈਨ ਐਜੂਕੇਸ਼ਨ। ਸੈਕੰਡ ਸੀ ਕਿ ਇੰਟਰਨੈਟ ਨੇ ਵਰਲਡ ਕਮਿਊਨੀਕੇਟ ਕਿਵੇਂ ਕਰਦਾ, ਸੰਸਾਰ ਕਮਿਊਨੀਕੇਟ ਕਿਵੇਂ ਕਰਦਾ, ਉਹਨੂੰ ਹੀ ਚੇਂਜ ਕਰ ਦਿੱਤਾ। ਚੈਟ ਸਿਸਟਮ ਨੇ, ਵੌਇਸ ਓਵਰ ਇੰਟਰਨੈਟ ਫੈਸਿਲਿਟੀ ਆ, ਟੈਲੀਫੋਨ ਸਿਸਟਮ ਨੇ, ਉਹਨਾਂ ਨੇ ਕਮਿਊਨੀਕੇਸ਼ਨ ਫਾਸਟਰ ਤਾਂ ਕੀਤਾ, ਕਨਵੀਨੀਅੰਟ ਵੀ ਆ ਅਤੇ ਕੋਸਟ ਇਫੈਕਟਿਵ ਵੀ ਆ। ਉਸ ਤੋਂ ਬਾਅਦ ਇਸ ਦੇ ਨਾਲ ਹੀ ਈ-ਕਮਰਸ, ਜਿਹੜੇ ਆਨਲਾਈਨ ਸ਼ਾਪਿੰਗ ਵੈਬਸਾਈਟਸ ਨੇ, ਉਸਨੇ ਮਾਰਕੀਟ ਨੂੰ ਹੀ ਚੇਂਜ ਕਰਤਾ ਸਾਰੇ ਸੰਸਾਰ ਦੇ ਵਿੱਚ। ਜਿਵੇਂ ਇਹਦੀ ਐਡਵਾਂਟੇਜ ਇਹ ਹੈ ਕਿ ਇੰਟਰਨੈਟ ਬੇਸਡ ਸੈਲਿੰਗ ਔਰ ਬਾਇੰਗ ਐਪਲੀਕੇਸ਼ਨ ਨੇ, ਇਹ ਵੀ ਆਸਾਨ ਨੇ ਚੀਜ਼ਾਂ ਨੂੰ ਖਰੀਦਣਾ ਅਤੇ ਵੇਚਣਾ। ਅਤੇ ਇਸਨੇ ਇਕੱਲਾ ਸਮਾਲ ਟਰੇਡਰਸ ਨੂੰ ਫਾਇਦਾ ਨਹੀਂ ਦਿੱਤਾ, ਵੱਡੇ ਮਰਚੈਂਟਸ ਨੂੰ ਵੀ ਦਿੱਤਾ। ਅਤੇ ਨੈਕਸਟ ਬੋਡੀ ਪੈਰਾਗ੍ਰਾਫ 2 ਆ, ਇਹਨੂੰ ਸਟਾਰਟ ਕੀਤਾ ਸੈਕੰਡਲੀ। Social media has given voice to people, those who could not express their opinion on any matter concerning society or political or national matters are now able to express themselves and thus creating awareness among fellow countrymen. ਸੈਕੰਡ ਇਹਦੇ ਵਿੱਚ ਐਗਰੀ ਦਾ ਹੀ ਪੁਆਇੰਟ ਆ ਕਿ ਇੰਟਰਨੈਟ ਦੇ ਕਰਕੇ ਸੋਸ਼ਲ ਮੀਡੀਆ ਵੀ ਆਇਆ, ਇਹਨੇ ਲੋਕਾਂ ਨੂੰ ਇੱਕ ਆਵਾਜ਼ ਦਿੱਤੀ ਆ ਜਿੱਥੇ ਉਹ ਆਪਦੇ ਓਪੀਨੀਅਨ ਦੇ ਸਕਦੇ ਨੇ ਕਿਸੇ ਵੀ ਮੈਟਰ ਦੇ ਉੱਤੇ, ਸਮਾਜ ਹੋਵੇ, ਪੋਲੀਟੀਕਲ ਹੋਵੇ, ਨੈਸ਼ਨਲ ਮੈਟਰ ਹੋਵੇ। ਐਕਸਪ੍ਰੈਸ ਤਾਂ ਕਰ ਹੀ ਸਕਦੇ ਨੇ ਅਤੇ ਅਵੇਅਰਨੈਸ ਵੀ ਕ੍ਰੀਏਟ ਕਰਦੇ ਨੇ ਬਾਕੀ ਲੋਕਾਂ ਦੇ ਨਾਲ। ਇਸ ਤੋਂ ਬਾਅਦ ਪੀਪਲ ਆਰ ਮੋਟੀਵੇਟਡ ਦੈਨ ਐਵਰ ਟੂ ਬਿਕਮ ਪੋਲੀਟੀਕਲ ਔਰ ਸੋਸ਼ਲੀ ਐਕਟਿਵ ਬਿਕੋਜ਼ ਦੇ ਕੈਨ ਫਰੀਲੀ ਐਕਸਚੇਂਜ ਆਈਡੀਆਜ਼ ਆਨਲਾਈਨ। While in the past people might have thought that they were alone in their beliefs, today they realize that others share their ideas and they have a big platform on the internet. ਨੈਕਸਟ ਆ ਕਿ ਪੀਪਲ ਹੁਣ ਬਹੁਤ ਮੋਟੀਵੇਟਡ ਨੇ ਪਹਿਲਾਂ ਨਾਲੋਂ, ਪੋਲੀਟੀਕਲੀ ਅਤੇ ਸੋਸ਼ਲੀ ਐਕਟਿਵ ਨੇ ਲੋਕ, ਅਤੇ ਫਰੀਲੀ ਆਪਦੇ ਆਈਡੀਆਸ ਨੂੰ ਇੱਕ ਦੂਜੇ ਦੇ ਨਾਲ ਐਕਸਚੇਂਜ ਕਰਦੇ ਨੇ। ਪਾਸਟ ਦੇ ਵਿੱਚ ਇਹ ਸਿਚੁਏਸ਼ਨ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਸਾਡੇ ਬਲੀਫ ਜੋ ਅਸੀਂ ਸੋਚ ਰਹੇ ਹਾਂ ਅਸੀਂ ਇਕੱਲੇ ਹੀ ਹਾਂ,
A demand to improve the education system or upgrade the city park was addressed by groups of common citizens. Very soon, these groups become large. Moreover, by using social media, the groups can reach out to high offices and their demands are only heard, but in many cases are successfully accepted and implemented. ਇਸ ਦੀ ਇੱਕ ਐਗਜ਼ਾਮਪਲ ਆ ਕਿ ਇੱਕ ਡਿਮਾਂਡ ਐਜੂਕੇਸ਼ਨ ਸਿਸਟਮ ਨੂੰ ਇੰਪਰੂਵ ਕਰਨ ਦੇ ਲਈ ਰੱਖੀ ਗਈ ਸੀ ਅਤੇ ਸਿਟੀ ਪਾਰਕ ਨੂੰ ਅਪਗ੍ਰੇਡ ਕਰਨ ਦੇ ਲਈ, ਜਿਸ ਨੂੰ ਐਡਰੈਸ ਕੀਤਾ ਦੀ ਗਰੁੱਪ ਸੀ ਕਾਮਨ ਸਿਟੀਜ਼ਨਸ ਦਾ। ਅਤੇ ਉਹ ਲੋਕ ਇੱਕ ਦੂਜੇ ਦੇ ਨਾਲ ਜੁੜ ਕੇ ਇੰਟਰਨੈਟ ਦੇ ਮਾਧਿਅਮ ਦੇ ਨਾਲ ਅਤੇ ਵੈਰੀ ਸੂਨ ਉਹਨਾਂ ਨੇ ਆਪਦਾ ਇੱਕ ਵੱਡਾ ਗਰੁੱਪ ਬਣਾ ਲਿਆ ਅਤੇ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਇਹਨਾਂ ਗਰੁੱਪਸ ਨੇ ਹਾਈ ਆਫਿਸਰਸ ਨੂੰ ਰੀਚ ਕੀਤਾ ਅਤੇ ਉਹਨਾਂ ਦੀਆਂ ਡਿਮਾਂਡ ਇਕੱਲੀਆਂ ਸੁਣੀਆਂ ਨਹੀਂ ਗਈਆਂ, ਕਈ ਕੇਸਿਸ ਦੇ ਵਿੱਚ ਉਹਨੂੰ ਸਕਸੈਸਫੁਲੀ ਐਕਸੈਪਟ ਵੀ ਕੀਤਾ ਗਿਆ ਅਤੇ ਇੰਪਲੀਮੈਂਟ ਵੀ ਕੀਤਾ ਗਿਆ। ਅਤੇ ਨੈਕਸਟ ਹੈਗਾ ਕਨਕਲੂਜ਼ਨ। In conclusion, I strongly believe that the internet has a positive effect on our lives. This is because the internet is helping the society in almost every field, be it education, communication, trade, or voicing their opinion about political or social matters. ਇਹਦੇ ਵਿੱਚ ਮੇਰੇ ਐਗਰੀ ਦਾ ਹੀ ਓਪੀਨੀਅਨ ਆ ਕਿ ਮੈਂ ਸਟਰੋਂਗਲੀ ਬਿਲੀਵ ਕਰਦਾ ਇੰਟਰਨੈਟ ਦਾ ਪੋਜ਼ੀਟਿਵ ਇਫੈਕਟ ਸਾਡੀ ਜ਼ਿੰਦਗੀ ਦੇ ਉੱਤੇ ਹੈਗਾ। ਇਹ ਇਸੇ ਕਰਕੇ ਕਿਉਂਕਿ ਇੰਟਰਨੈਟ ਨੇ ਹੈਲਪ ਕੀਤਾ ਸੁਸਾਇਟੀ ਨੂੰ ਹਰੇਕ ਫੀਲਡ ਦੇ ਵਿੱਚ, ਚਾਹੇ ਉਹ ਐਜੂਕੇਸ਼ਨ ਹੋਵੇ, ਕਮਿਊਨੀਕੇਸ਼ਨ ਹੋਵੇ, ਟਰੇਡ ਹੋਵੇ, ਜਾਂ ਆਪਣੇ ਓਪੀਨੀਅਨਸ ਨੂੰ ਆਵਾਜ਼ ਦੇਣਾ ਹੋਵੇ ਪੋਲੀਟੀਕਲ ਮੁੱਦੇ 'ਤੇ ਜਾਂ ਸੋਸ਼ਲ ਮੈਟਰਸ 'ਤੇ।